हाँ जी स्टूडेंट्स, ਅੱਜ ਸਾਡਾ ਨੈਕਸਟ ਚੈਪਟਰ ਅਸੀਂ ਸ਼ੁਰੂ ਕਰਾਂਗੇ। ਚੈਪਟਰ ਨੰਬਰ 14 ਐਪਲੇਟ ਪ੍ਰੋਗਰਾਮਿੰਗ। ਇਸ ਦੇ ਵਿੱਚ ਬੇਟਾ ਇੱਕ ਤਾਂ ਡਾਇਰੈਕਟ ਕੁਐਸਚਨ ਦੇਖੋ, ਐਪਲੇਟਸ ਕੀ ਨੇ, ਕਿੱਦਾਂ ਬਣਾਏ ਜਾਂਦੇ ਨੇ। ਇਹ ਡਾਇਰੈਕਟ ਕੁਐਸਚਨ ਹੀ ਬਣੂਗਾ, ਜਾਂ ਇਸ ਦੇ ਨਾਲ ਪਾਰਟ ਬਣ ਕੇ ਆ ਸਕਦਾ ਕਿ ਐਪਲੇਟ ਦਾ ਲਾਈਫ ਸਾਈਕਲ ਕੀ ਹੈ, ਐਪਲੇਟ ਦੇ ਵਿੱਚ ਪੈਰਾਮੀਟਰਸ ਕਿੱਦਾਂ ਪਾਸ ਹੁੰਦੇ ਨੇ। ਤਾਂ ਓਵਰਆਲ ਜਿਹੜਾ ਇਹ ਚੈਪਟਰ ਹੈ 14, ਇਹ ਆਪਣੇ ਆਪ ਦੇ ਵਿੱਚ ਇੱਕ ਲੌਂਗ ਕੁਐਸਚਨ ਹੈ। ਕੰਪਲੀਟਲੀ ਕਿਸੇ ਵੀ ਪਾਰਟ ਦੇ ਬਾਰੇ ਪੁੱਛਿਆ ਜਾ ਸਕਦਾ। ਤਾਂ ਸ਼ੁਰੂ ਕਰਦੇ ਹਾਂ ਚੈਪਟਰ 14। ਐਪਲੇਟ ਤੇ ਐਪਲੇਟਸ ਹੁੰਦਾ ਕੀ ਹੈ। ਤਾਂ ਜਿੱਦਾਂ ਅਸੀਂ ਜਾਵਾ ਦੇ ਵਿੱਚ ਇੱਕ ਸਿੰਪਲ ਪ੍ਰੋਗਰਾਮ ਲਿਖਦੇ ਰਹੇ ਹਾਂ, ਜਿਸ ਦੇ ਵਿੱਚ ਅਸੀਂ ਮੇਨ ਫੰਕਸ਼ਨ ਬਣਾ ਕੇ ਪਬਲਿਕ ਸਟੈਟਿਕ ਮੇਨ ਲਿਖ ਕੇ ਅਸੀਂ ਪੂਰਾ ਸਾਡਾ ਪ੍ਰੋਗਰਾਮ ਲਿਖ ਲੈਂਦੇ ਸੀ। ਉੱਦਾਂ ਹੀ ਜਾਵਾ ਦੇ ਵਿੱਚ ਸਟੈਂਡ ਅਲੋਨ ਐਪਲੀਕੇਸ਼ਨਸ ਦੀ ਜਗ੍ਹਾ 'ਤੇ ਐਪਲੇਟਸ ਵੀ ਬਣਦੇ ਨੇ। ਐਪਲੇਟਸ ਵੀ ਜਾਵਾ ਦੇ ਸਮੋਲ ਪ੍ਰੋਗਰਾਮਸ ਹੀ ਹੁੰਦੇ ਨੇ, ਜਿਹੜੇ ਕਿ ਸਪੈਸ਼ਲੀ ਡਿਜ਼ਾਈਨ ਹੁੰਦੇ ਨੇ ਇੰਟਰਨੈਟ ਲਈ। ਮੇਨ ਡਿਫਰੈਂਸ ਇਹੀ ਹੈ, ਜਿਹੜੇ ਹੁਣ ਤੱਕ ਅਸੀਂ ਪ੍ਰੋਗਰਾਮ ਬਣਾਉਂਦੇ ਰਹੇ ਉਹ ਵੀ ਪ੍ਰੋਗਰਾਮ ਈਜ਼ੀ ਸੀ, ਐਪਲੇਟਸ ਵੀ ਪ੍ਰੋਗਰਾਮ ਹੀ ਹੁੰਦੇ ਨੇ। ਬਟ ਐਪਲੇਟ ਉਹ ਪ੍ਰੋਗਰਾਮ ਨੇ ਜਿਹੜੇ ਸਪੈਸ਼ਲੀ ਡਿਜ਼ਾਈਨ ਕੀਤੇ ਜਾਂਦੇ ਨੇ ਤੁਹਾਡੇ ਇੰਟਰਨੈਟ ਦੇ ਲਈ। ਅਤੇ ਇਹ ਇਹਨਾਂ ਜਿਹੜੇ ਹੈਗੇ ਕਿ ਤੁਸੀਂ ਮੰਨ ਲਓ ਇੰਟਰਨੈਟ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਸੀਂ ਇਹਨਾਂ ਨੂੰ ਟਰਾਂਸਪੋਰਟ ਕਰ ਸਕਦੇ ਹੈਗੇ, ਮਤਲਬ ਸੈਂਡ ਕਰ ਸਕਦੇ ਇਹਨਾਂ ਦੇ ਥਰੂ ਕੋਈ ਡਾਟਾ। ਤਾਂ ਮੇਨ ਐਪਲੇਟਸ ਇੰਟਰਨੈਟ ਲਈ ਬਣਾਏ ਜਾਂਦੇ ਆ। ਕਿਹੜੀਆਂ ਕਿਹੜੀਆਂ ਐਪਲੀਕੇਸ਼ਨਸ ਨੇ ਜਿੱਥੇ ਐਪਲੇਟਸ ਯੂਜ਼ ਹੁੰਦੇ ਆ। ਹੁਣ ਦੇਖੋ ਕਿ ਜਿਵੇਂ ਅਸੀਂ ਕੋਈ ਸਾਊਂਡ ਪਲੇ ਕਰਨਾ, ਕੋਈ ਗ੍ਰਾਫਿਕਸ ਡਿਸਪਲੇ ਕਰਕੇ ਦਿਖਾਉਣਾ, ਕੋਈ ਗੇਮਸ ਹੋਊਗਾ, ਐਨੀਮੇਸ਼ਨ ਹੋ ਗਿਆ, ਇੱਦਾਂ ਦੇ ਸਾਰੇ ਕੰਮਾਂ ਲਈ ਅਸੀਂ ਐਪਲੇਟਸ ਨੂੰ ਯੂਜ਼ ਕਰ ਸਕਦੇ ਹਾਂ। ਐਪਲੇਟਸ ਨੂੰ ਰਨ ਕਰਨ ਦੇ ਲਈ ਐਪਲੇਟ ਵਿਊਅਰ ਨੂੰ ਯੂਜ਼ ਕੀਤਾ ਜਾਂਦਾ, ਜਾਂ ਹੋਰ ਕਿਸੇ ਵੈਬ ਬਰਾਊਜ਼ਰ ਨੂੰ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਹੁਣ ਤੱਕ ਜੋ ਨੋਰਮਲ ਅਸੀਂ ਕਹਾਂਗੇ ਕਿ ਐਪਲੇਟਸ ਇੱਕ ਜਾਵਾ ਦੇ ਸਮੋਲ ਪ੍ਰੋਗਰਾਮਸ ਹੁੰਦੇ ਨੇ ਦੈਟ ਆਰ ਸਪੈਸ਼ਲੀ ਡਿਜ਼ਾਈਨ ਫॉर ਦਾ ਇੰਟਰਨੈਟ। ਅਸੀਂ ਉਹਨਾਂ ਨੂੰ ਈਜ਼ੀਲੀ ਡਾਊਨਲੋਡ ਕਰਕੇ ਐਗਜ਼ੀਕਿਊਟ ਕਰਕੇ ਦੇਖ ਸਕਦੇ ਹਾਂ। ਨੈਕਸਟ, ਦੋ ਤਰ੍ਹਾਂ ਦੇ ਐਪਲੇਟਸ ਹੁੰਦੇ ਨੇ, ਲੋਕਲ ਐਂਡ ਰਿਮੋਟ। ਲੋਕਲ ਐਪਲੇਟਸ ਉਹ ਨੇ ਜਿਹੜੇ ਤੁਸੀਂ ਲੋਕਲੀ ਆਪਣੇ ਸਿਸਟਮ 'ਤੇ ਬਣਾਏ ਅਤੇ ਉੱਥੇ ਹੀ ਉਹਨੂੰ ਐਗਜ਼ੀਕਿਊਟ ਕਰਕੇ ਦੇਖਿਆ, ਉਹ ਹੁੰਦੇ ਨੇ ਤੁਹਾਡੇ ਲੋਕਲ ਐਪਲੇਟ। ਰਿਮੋਟ ਐਪਲੇਟਸ ਉਹ ਨੇ ਜਿਨ੍ਹਾਂ ਨੂੰ ਕਿ ਡਿਵੈਲਪ ਕਿਤੇ ਹੋਰ ਕੀਤਾ ਗਿਆ, ਬਟ ਅਸੀਂ ਉਸ ਨੂੰ ਡਾਊਨਲੋਡ ਕਰਕੇ, ਮਤਲਬ ਰਿਮੋਟ ਕੰਪਿਊਟਰ 'ਤੇ ਕਿਤੇ ਹੋਰ ਸਟੋਰ ਹੈ, ਅਸੀਂ ਉਸ ਨੂੰ ਡਾਊਨਲੋਡ ਕਰਕੇ ਵਿਦ ਦਾ ਹੈਲਪ ਆਫ ਇੰਟਰਨੈਟ ਅਸੀਂ ਉਸ ਨੂੰ ਐਗਜ਼ੀਕਿਊਟ ਕਰ ਰਹੇ ਹਾਂ। ਤਾਂ ਉਹ ਹੋ ਗਏ ਤੁਹਾਡੇ ਰਿਮੋਟ ਐਪਲੇਟਸ। ਤਾਂ ਤੁਸੀਂ ਦੋ ਟਾਈਪਸ ਵੀ ਐਪਲੇਟਸ ਦੇ ਨਾਲ ਲਿਖ ਸਕਦੇ ਹੋ। ਨੈਕਸਟ ਇਸ ਦੇ ਨਾਲ ਲੋਕਲ ਅਤੇ ਰਿਮੋਟ ਕੰਪਿਊਟਰ ਦੀ ਤੁਹਾਨੂੰ ਇੱਥੇ ਪਿਕ ਸ਼ੋ ਕੀਤੀ ਹੋਈ ਹੈ ਕਿ ਲੋਕਲ ਉਹ ਜਿਹੜੇ ਤੁਸੀਂ ਲੋਕਲ ਕੰਪਿਊਟਰ 'ਤੇ ਹੀ ਬਣਾਏ, ਇੱਥੇ ਉਹ ਸਟੋਰ ਨੇ, ਇੱਥੇ ਅਸੀਂ ਐਗਜ਼ੀਕਿਊਟ ਕਰਕੇ ਦੇਖ ਲਏ, ਲੋਕਲ ਐਪਲੇਟ ਹੋ ਗਏ। ਰਿਮੋਟ ਐਪਲੇਟਸ ਉਹ ਨੇ ਜਿਨ੍ਹਾਂ ਨੂੰ ਕਿ ਬਣਾਇਆ ਕਿਤੇ ਹੋਰ ਗਿਆ, ਕਿਤੇ ਹੋਰ ਜਗ੍ਹਾ 'ਤੇ ਸਟੋਰ ਨੇ ਉਹ, ਅਸੀਂ ਉਹਨੂੰ ਵਿਦ ਹੈਲਪ ਆਫ ਇੰਟਰਨੈਟ ਆਪਣੀ ਲੋਕਲ ਪੀਸੀ 'ਤੇ ਡਾਊਨਲੋਡ ਕੀਤਾ ਅਤੇ ਇੱਥੇ ਅਸੀਂ ਇਸ ਨੂੰ ਐਗਜ਼ੀਕਿਊਟ ਕਰਕੇ ਦੇਖ ਰਹੇ ਹਾਂ। ਤਾਂ ਹੁਣ ਜਦੋਂ ਅਸੀਂ ਜਿਹੜੇ ਰਿਮੋਟ ਐਪਲੇਟਸ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ ਗਾ, ਤਾਂ ਓਬੀਅਸ ਤੁਹਾਨੂੰ ਉਸ ਐਪਲੇਟ ਦਾ URL, ਮਤਲਬ ਯੂਨੀਫਾਰਮ ਰਿਸੋਰਸ ਲੋਕੇਟਰ। URL ਹੋਰ ਕੁਛ ਨਹੀਂ, ਇੱਕ ਐਡਰੈਸ ਇੰਟਰਨੈਟ 'ਤੇ ਜਿਹੜਾ ਉਹਦਾ ਐਡਰੈਸ ਹੋਊਗਾ ਕਿ ਉਹ ਜਿਹੜਾ ਤੁਹਾਡਾ ਐਪਲੇਟ ਆ ਉਹ ਕਿੱਥੇ ਪਿਆ ਹੋਇਆ ਗਾ, ਤਾਂ ਉਹ URL ਦਾ ਹੁਣ URL ਪਤਾ ਹੋਣਾ ਚਾਹੀਦਾ। ਅਤੇ ਉਸ ਨੂੰ ਐਗਜ਼ੀਕਿਊਟ ਕਰਨ ਦੇ ਲਈ ਤੁਸੀਂ ਤੁਹਾਡੇ HTML ਜਿਹੜੀਆਂ ਡਾਕੂਮੈਂਟ ਆ ਉਸਦੇ ਇੱਕ ਟੈਗ ਦੇ ਵਿੱਚ ਕੋਡ ਬੇਸ ਐਟਰੀਬਿਊਟ ਦੇ ਵਿੱਚ ਇਹਦੀ ਵੈਲਿਊ ਦੋਗੇ। ਇਹਦੀ ਵੈਲਿਊ ਮਤਲਬ ਇਹਦਾ ਐਡਰੈਸ ਦੋਗੇ। ਜੇ ਤੁਸੀਂ ਕਿਸੇ ਰਿਮੋਟ ਐਪਲੇਟ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਹੋ ਤਾਂ HTML ਡਾਕੂਮੈਂਟ ਦੇ ਵਿੱਚ ਕੋਡ ਬੇਸ ਦੇ ਵਿੱਚ ਆ ਤੁਸੀਂ ਉਹਦਾ ਪੂਰਾ ਦਾ ਪੂਰਾ URL, ਮਤਲਬ ਉਹਦਾ ਐਡਰੈਸ ਦੋਗੇ। ਨੈਕਸਟ ਹੈ ਕਿ ਐਪਲੇਟਸ ਦੇ ਵਿੱਚ ਅਤੇ ਬਾਕੀ ਐਪਲੀਕੇਸ਼ਨ ਜੋ ਹੁਣ ਤੱਕ ਅਸੀਂ ਜਾਵਾ ਦੇ ਪ੍ਰੋਗਰਾਮ ਬਣਾਉਂਦੇ ਰਹੇ ਹਾਂ, ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਦੋਨੋਂ ਹੀ ਜਾਵਾ ਦੇ ਪ੍ਰੋਗਰਾਮ, ਬਟ ਜਿਹੜੇ ਐਪਲੇਟਸ ਨੇ ਉਹ ਕੋਈ ਫੁੱਲ ਫੀਚਰਡ ਐਪਲੀਕੇਸ਼ਨ ਪ੍ਰੋਗਰਾਮ ਨਹੀਂ ਹੈਗੇ। ਮਤਲਬ ਕੋਈ ਕੰਪਲੀਟ ਆਪਣੇ ਆਪ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਨਹੀਂ ਹੈ, ਜਸਟ ਛੋਟੇ ਛੋਟੇ ਕੰਮਾਂ ਦੇ ਲਈ ਇਹ ਐਪਲੇਟਸ ਤਿਆਰ ਕੀਤੇ ਜਾਂਦੇ ਨੇ। ਅਤੇ ਇਹਨਾਂ ਐਪਲੇਟਸ ਨੂੰ ਇੰਬੈਡ ਕੀਤਾ ਜਾਂਦਾ HTML ਦੇ ਨਾਲ, ਮਤਲਬ HTML ਨਾਲ ਮਿਲ ਕੇ ਐਪਲੇਟਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਗਾ। ਨੈਕਸਟ ਕਿ ਇਹ ਸਪੈਸ਼ਲੀ ਜਿਹੜੇ ਨੇ ਇੰਟਰਨੈਟ ਲਈ ਡਿਜ਼ਾਈਨ ਕੀਤੇ ਹੋਏ ਨੇ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ। ਇਸ ਤੋਂ ਇਲਾਵਾ ਵੀ ਹੋਰ ਕਾਫੀ ਸਾਰੇ ਡਿਫਰੈਂਸ ਤੁਸੀਂ ਨਾਲ ਕਵਰ ਕਰੋਗੇ। ਤਾਂ ਸਭ ਤੋਂ ਪਹਿਲਾਂ ਕਿ ਜਿਹੜੇ ਤੁਹਾਡੇ ਐਪਲੇਟਸ ਨੇ ਉਹਨਾਂ ਦੇ ਵਿੱਚ ਮੇਨ ਮੈਥਡ ਜੋ ਅਸੀਂ ਬਣਾਉਣਾ ਸੀ ਨਾ, ਪਬਲਿਕ ਸਟੈਟਿਕ ਵਾਇਡ ਮੇਨ, ਉਹ ਮੈਥਡ ਨਹੀਂ ਬਣੂਗਾ। ਤਾਂ ਇਸ ਦੇ ਵਿੱਚ ਐਪਲੇਟਸ ਨੂੰ ਐਪਲੇਟ ਕਲਾਸ ਜਿਹੜੀ ਹੈਗੀ ਹੈ ਉਹਦੇ ਕਿਸੇ ਮੈਥਡਸ ਦੇ ਥਰੂ ਅਸੀਂ ਐਗਜ਼ੀਕਿਊਟ ਕਰਦੇ ਹਾਂ, ਬਟ ਮੇਨ ਮੈਥਡ ਨਹੀਂ ਹੁੰਦਾ ਇਹਨੂੰ ਰਨ ਕਰਨ ਲਈ। ਨੈਕਸਟ
ਐਪਲੇਟਸ ਕਦੇ ਵੀ ਇੰਡੀਪੈਂਡੈਂਟਲੀ ਮਤਲਬ ਆਪਣੇ ਆਪ 'ਚ ਮੈਂ ਕਿਹਾ ਨਾ ਇੱਕ ਵੱਡਾ ਪ੍ਰੋਗਰਾਮ ਜਾਂ ਕੋਈ ਕੰਪਲੀਟ ਪ੍ਰੋਗਰਾਮ ਨਹੀਂ ਹੈਗਾ, ਇਹ ਆਪਣੇ ਆਪ ਰਨ ਨਹੀਂ ਹੋ ਸਕਦਾ। ਇਸ ਨੂੰ ਰਨ ਕਰਨ ਦੇ ਲਈ ਤੁਸੀਂ HTML ਟੈਗ ਦੇ ਵਿੱਚ ਇਸ ਨੂੰ ਯੂਜ਼ ਕਰੋਗੇ। ਤੁਹਾਡੇ ਐਪਲੇਟਸ ਦੇ ਨਾਲ ਤੁਸੀਂ ਤੁਹਾਡੇ ਲੋਕਲ ਕੰਪਿਊਟਰ ਤੋਂ ਫਾਈਲਸ ਨੂੰ ਰੀਡ ਜਾਂ ਰਾਈਟ ਨਹੀਂ ਕਰ ਸਕਦੇ। ਜਿਵੇਂ ਸੀ ਦੇ ਵਿੱਚ ਅਸੀਂ ਕੀਤਾ ਸੀ, ਜੇਕਰ ਤੁਹਾਡੇ ਯਾਦ ਹੈ ਕਿ ਅਸੀਂ ਨਾ ਫਾਈਲ ਹੈਂਡਲਿੰਗ ਕਰ ਲੈਂਦੇ ਹਾਂ। ਫਾਈਲ ਹੈਂਡਲਿੰਗ ਮਤਲਬ ਨੋਟਪੈਡ ਦੇ ਵਿੱਚ ਕੁਝ ਲਿਖਿਆ ਹੋਇਆ ਮੇਰੀ ਫਾਈਲ ਹੈ, ਉਹਨੂੰ ਮੈਂ ਸੀ ਦੇ ਪ੍ਰੋਗਰਾਮ ਦੇ ਵਿੱਚ ਵੀ ਲੈ ਕੇ ਆ ਸਕਦੀ ਹਾਂ, ਜਾਂ ਮੈਂ ਸੀ ਦੇ ਪ੍ਰੋਗਰਾਮ ਦੇ ਵਿੱਚ ਕੁਝ ਲਿਖਾਂ ਉਹ ਨੋਟਪੈਡ ਫਾਈਲ 'ਚ ਲਿਖਿਆ ਜਾਵੇ, ਇੱਦਾਂ ਕਰਕੇ ਅਸੀਂ ਇਹਨੂੰ ਫਾਈਲ ਹੈਂਡਲਿੰਗ ਕਹਿੰਦੇ ਆ। ਤਾਂ ਵਿਦ ਦ ਹੈਲਪ ਆਫ ਐਪਲੇਟਸ ਤੁਸੀਂ ਫਾਈਲ ਓਪਰੇਸ਼ਨਸ ਜਿਵੇਂ ਰੀਡ ਰਾਈਟ ਇਹ ਨਹੀਂ ਕਰਵਾ ਸਕਦੇ। ਐਪਲੇਟਸ ਹੋਰ ਸਰਵਰਸ ਦੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇਗੇ। ਐਪਲੇਟ ਤੁਹਾਡੇ ਲੋਕਲ ਕੰਪਿਊਟਰ ਦੇ ਕਿਸੇ ਹੋਰ ਪ੍ਰੋਗਰਾਮ ਨੂੰ ਰਨ ਨਹੀਂ ਕਰ ਸਕਦੇਗੇ। ਐਪਲੇਟ ਕਿਸੇ ਹੋਰ ਦੀਆਂ ਲਾਇਬ੍ਰੇਰੀਜ਼ ਜਿਵੇਂ C++ ਦੀਆਂ ਲਾਇਬ੍ਰੇਰੀਜ਼ ਦੀਆਂ ਹੈਡਰ ਫਾਈਲਸ ਇਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਨੇ। ਤਾਂ ਇਹ ਸੀ ਤੁਹਾਡੇ ਐਪਲੇਟਸ ਦੇ ਵਿੱਚ ਤੇ ਤੁਹਾਡੇ ਜਿਹੜੇ ਨਾਰਮਲ ਹੁਣ ਤੱਕ ਅਸੀਂ ਪ੍ਰੋਗਰਾਮ ਬਣਾਉਂਦੇ ਰਹੇ ਹਾਂ ਉਹਨਾਂ ਦੇ ਵਿੱਚ ਡਿਫਰੈਂਸ ਕੀ ਹੈ। ਤਾਂ ਮੇਨ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਬੇਟਾ, ਜਸਟ ਇੱਕ ਲਾਈਨ ਤੁਸੀਂ ਯਾਦ ਰੱਖਣੀ ਹੈ ਕਿ ਜਾਵਾ ਦੇ ਜਿਹੜੇ ਐਪਲੇਟਸ ਨੇ ਉਹ ਵੀ ਪ੍ਰੋਗਰਾਮ ਹੀ ਹੁੰਦੇ ਨੇ, ਬਟ ਕੋਈ ਕੰਪਲੀਟ ਪ੍ਰੋਗਰਾਮ ਨਹੀਂ। ਜਸਟ ਛੋਟੇ-ਛੋਟੇ ਕੰਮ ਲਈ ਅਸੀਂ ਕੋਈ ਥੋੜ੍ਹੀ ਜਿਹੀ ਕੋਡਿੰਗ ਕੀਤੀ ਤੇ ਉਹਨੂੰ HTML ਦੇ ਨਾਲ ਮਿਲ ਕੇ ਹੀ ਚਲਾਇਆ ਜਾਂਦਾ। ਨੈਕਸਟ, ਤੁਸੀਂ ਐਪਲੇਟਸ ਲਿਖੋਗੇ ਕਿਵੇਂ? ਤਾਂ ਉਹ ਵੀ ਤੁਹਾਨੂੰ ਪਹਿਲਾਂ ਅਸੀਂ ਐਪਲੇਟਸ ਬਣਾਵਾਂਗੇ, ਉਹਨਾਂ ਨੂੰ ਹੈ ਨਾ ਯੂਜ਼ ਕਰਕੇ ਦਿਖਾਵਾਂਗੇ। ਤਾਂ ਉਹ ਸਾਰੇ ਕਰਨ ਦੇ ਲਈ ਤੁਸੀਂ ਕੀ ਕੁਝ ਕਰਨਾ ਉਹਦੀ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਐਪਲੇਟ ਬਣਾਓਗੇ, ਕਲੀਅਰ, ਇੱਕ ਫਾਈਲ ਬਣਾਓਗੇ ਜਿਹਨੂੰ .java ਐਕਸਟੈਂਸ਼ਨ ਦੇ ਨਾਲ ਸੇਵ ਕਰੋਗੇ। ਫਿਰ ਤੁਸੀਂ ਉਸਦੀ ਐਗਜ਼ੀਕਿਊਟੇਬਲ ਫਾਈਲ ਵੀ ਬਣਾਓਗੇ, ਯਾਨੀ ਕਿ .class ਫਾਈਲ ਬਣਾ ਕੇ ਰੱਖ ਲਓਗੇ, ਉਹਨੂੰ ਐਗਜ਼ੀਕਿਊਟ ਕਰਕੇ ਕੰਪਾਈਲ ਕਰਕੇ ਰੱਖ ਲਓਗੇ। ਜਦੋਂ ਆਪਾਂ ਉਹਨੂੰ ਕੰਪਾਈਲ ਕਰਾਂਗੇ ਕਮਾਂਡ ਪ੍ਰੋਂਪਟ 'ਤੇ ਜਾ ਕੇ ਆਹ ਵਾਲੀ ਫਾਈਲ ਨੂੰ, ਜਾਵਾ ਵਾਲੀ ਨੂੰ, ਤਾਂ ਆਪਣੇ ਆਪ ਕੀ ਬਣ ਜਾਂਦੀ ਹੁੰਦੀ ਸਾਡੀ .class ਫਾਈਲ। ਫਿਰ ਤੁਸੀਂ ਤੁਹਾਡੀ HTML ਵਾਲਾ ਡਾਕੂਮੈਂਟ ਬਣਾਓ ਜਿਸ ਦੇ ਵਿੱਚ ਐਪਲੇਟ ਟੈਗ ਲਾਓ, ਅਤੇ ਐਪਲੇਟ ਟੈਗ ਦੇ ਵਿੱਚ ਉਹ ਵਾਲੀ ਜਿਹੜੀ ਤੁਹਾਡੀ .class ਫਾਈਲ ਹੈ ਉਹਦਾ ਨਾਮ ਦਿਓ। ਫਿਰ HTML ਨੂੰ ਪੂਰਾ ਕਰਨ ਤੋਂ ਬਾਅਦ ਫਿਰ ਅਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਐਗਜ਼ੀਕਿਊਟ ਕਰਕੇ ਦੇਖਦੇ ਹਾਂ। ਐਸੀ ਹੀ ਚੀਜ਼ ਦੀ ਐਗਜ਼ਾਮਪਲ ਅੱਗੇ ਐਕਸਟੈਂਡ ਕਰਦੇ ਹੋ ਥੋੜ੍ਹਾ ਜਿਹਾ। ਤਾਂ ਬਿਲਡਿੰਗ ਐਪਲੇਟ ਕੋਡ, ਹੁਣ ਜਿਹੜਾ ਐਪਲੇਟ ਅਸੀਂ ਕਹਿੰਦੇ ਐਪਲੇਟ ਦੀ ਫਾਈਲ ਬਣਾ ਲਓ, ਕਿਵੇਂ ਬਣਾਵਾਂਗੇ ਅਸੀਂ ਐਪਲੇਟ ਦੀ ਫਾਈਲ, ਉਹਦਾ ਅਸੀਂ ਬੇਸਿਕ ਸਟੈਪਸ। ਤਾਂ ਸਭ ਤੋਂ ਪਹਿਲਾਂ ਐਪਲੇਟ ਦਾ ਕੋਡ ਮਤਲਬ ਐਪਲੇਟ ਵਾਲੀ ਫਾਈਲ ਬਣਾਉਣ ਦੇ ਲਈ ਤੁਸੀਂ ਕਰਨਾ ਕੀ ਹੈ। ਹੁਣ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਮੇਨ ਫੰਕਸ਼ਨਸ ਤਾਂ ਇਸ ਦੇ ਵਿੱਚ ਬਣਦੇ ਹੀ ਨਹੀਂ। ਤਾਂ ਹੁਣ ਦਿਨੇ ਫਿਰ ਬਣੂਗਾ ਕੀ? ਐਪਲੇਟਸ ਜਿਹੜਾ ਹੈ ਤੁਹਾਡਾ ਉਹ ਜ਼ਿਆਦਾਤਰ ਦੋ ਕਲਾਸਿਸ ਦੇ ਫੰਕਸ਼ਨਸ ਨੂੰ ਯੂਜ਼ ਕਰਦਾ, ਐਪਲੇਟ ਨੂੰ ਅਤੇ ਗ੍ਰਾਫਿਕਸ ਕਲਾਸ ਨੂੰ। ਐਪਲੇਟ ਜਿਹੜੀ ਕਲਾਸ ਹੈਗੀ ਇਹ ਤੁਹਾਡੀ java.applet ਪੈਕੇਜ ਦੇ ਵਿੱਚ ਪਈ ਹੋਈ ਕਲਾਸ ਹੈ। ਇੱਥੇ ਦੇਖੋ ਇਹ ਕੈਪੀਟਲ ਹੈ ਕਲਾਸ ਨੇਮ ਹੈ, ਇੱਥੇ ਇਹ ਸਮੋਲ ਹੈ, ਦੈਟ ਮੀਨਸ ਉਹ ਪੈਕੇਜ ਨੇਮ ਹੈ। ਐਪਲੇਟ ਪੈਕੇਜ ਦੇ ਵਿੱਚ ਪਈ ਹੋਈ ਹੈ ਜਿਸ ਦੇ ਵਿੱਚ ਕਿ ਬਹੁਤ ਸਾਰੇ ਫੰਕਸ਼ਨਸ ਜਿਵੇਂ ਇਨਿਟ, ਸਟਾਰਟ, ਪੁਆਇੰਟ ਇੱਦਾਂ ਦੇ ਫੰਕਸ਼ਨਸ ਨੇ ਜਿਨ੍ਹਾਂ ਨੂੰ ਕਿ ਅਸੀਂ ਯੂਜ਼ ਕਰਦੇ ਹਾਂ ਐਪਲੇਟ ਨੂੰ ਐਗਜ਼ੀਕਿਊਟ ਕਰਨ ਦੇ ਲਈ। ਨੈਕਸਟ, ਫਿਰ ਤੁਸੀਂ ਜਿਹੜੀ ਗ੍ਰਾਫਿਕਸ ਕਲਾਸ ਹੈ ਉਸ ਨੂੰ ਵੀ ਯੂਜ਼ ਕਰ ਸਕਦੇ ਹੋਗੇ। ਗ੍ਰਾਫਿਕਸ ਕਲਾਸ ਦੀ ਹੈਲਪ ਨਾਲ ਤੁਸੀਂ ਜਿਵੇਂ ਫੰਕਸ਼ਨ ਹੈ ਇੱਕ ਪੇਂਟ, ਇਹਨੂੰ ਯੂਜ਼ ਕਰੋਗੇ ਅਤੇ ਇਸੇ ਫੰਕਸ਼ਨ ਦੀ ਹੈਲਪ ਨਾਲ ਅਸੀਂ ਜੇ ਕੋਈ ਵੀ ਚੀਜ਼ ਡਿਸਪਲੇ ਕਰਾਉਣਾ ਚਾਹੁੰਦੇ ਹਾਂ, ਕੋਈ ਐਪਲੇਟ ਦੇ ਥਰੂ ਕੋਈ ਚੀਜ਼ ਸਕਰੀਨ 'ਤੇ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ, ਤਾਂ ਉਹ ਅਸੀਂ ਇਸ ਪੇਂਟ ਫੰਕਸ਼ਨ ਦੇ ਥਰੂ ਕਰਾਂਗੇ ਅਤੇ ਉਸ ਦੇ ਵਿੱਚ ਅਸੀਂ ਗ੍ਰਾਫਿਕਸ ਕਲਾਸ ਦਾ ਇੱਕ ਆਬਜੈਕਟ ਵੀ ਬਣਾਉਣੇ ਆ। ਆਈ ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੈ। ਤਾਂ ਹੁਣ ਤੁਸੀਂ ਕਰੋਗੇ ਕਿ ਜਦੋਂ ਪ੍ਰੋਗਰਾਮ ਬਣਾਉਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇੰਪੋਰਟ ਕਰਨਾ ਪਊਗਾ awt.star ਅਤੇ applet.star। awt ਇਸ ਕਰਕੇ ਕਿ ਜਿਹੜੀ ਗ੍ਰਾਫਿਕਸ ਕਲਾਸ ਹੈ ਉਹ awt ਦੀ ਹੀ ਪਾਰਟ ਹੈ। ਇਹਨਾਂ ਦੋਨਾਂ ਪੈਕੇਜਿਸ ਨੂੰ ਅਸੀਂ ਇੰਪੋਰਟ ਕਰਾਂਗੇ। ਹੁਣ ਬਣਾਉਣੀ ਸ਼ੁਰੂ ਕਰਦੇ ਅਸੀਂ, ਜਿਹੜੀ ਤੇ ਅਸੀਂ ਉੱਪਰ ਐਗਜ਼ਾਮਪਲ ਦੀ ਗੱਲ ਕਰ ਰਹੇ ਸੀ। ਦੋਨੋਂ ਤੁਸੀਂ ਤੁਹਾਡੀਆਂ ਪੈਕੇਜਿਸ ਨੂੰ ਇੰਪੋਰਟ ਕੀਤਾ, ਉਸ ਤੋਂ ਬਾਅਦ ਤੁਸੀਂ ਤੁਹਾਡੀ ਕਲਾਸ ਬਣਾਓ, ਉਸਦਾ ਕੋਈ ਵੀ ਨਾਮ ਰੱਖੋ ਕਲਾਸ ਦਾ, ਉਹ ਐਕਸਟੈਂਡ ਕਰੂਗੀ ਜਾਵਾ ਦੀ ਐਪਲੇਟ ਕਲਾਸ ਨੂੰ, ਜਿਹੜੀ ਆਲਰੇਡੀ ਬਣੀ ਹੋਈ ਕਲਾਸ ਉਹਨੂੰ ਐਕਸਟੈਂਡ ਕਰੂਗੀ। ਅਤੇ ਇਹ ਜਿਹੜੀ ਤੁਹਾਡੀ ਕਲਾਸ ਹੈ ਇਹ ਪਬਲਿਕ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਹੋਰ ਵੀ ਫੰਕਸ਼ਨਸ ਬਣਾ ਸਕਦੇ ਹਾਂ, ਬਟ ਆਪਾਂ ਇੱਕ ਪੇਂਟ ਫੰਕਸ਼ਨ ਜ਼ਰੂਰ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਕੁਝ ਪ੍ਰਿੰਟ ਕਰੀਏ ਤਾਂ ਉਹ ਸਕਰੀਨ 'ਤੇ ਪ੍ਰਿੰਟ ਹੋ ਜਾਏ ਆਊਟਪੁੱਟ ਦੇ ਲਈ। ਤਾਂ ਉਸ ਦੇ ਲਈ ਉਸ ਫੰਕਸ਼ਨ ਨੂੰ ਵੀ ਤੁਸੀਂ ਮਤਲਬ ਪਬਲਿਕ ਹੀ ਕਰੋਗੇ। ਤਾਂ ਉਸ ਦੇ ਵਿੱਚ ਗ੍ਰਾਫਿਕਸ ਕਲਾਸ ਦਾ ਆਬਜੈਕਟ
ਜਿਹਦੀ ਰੈਫਰੈਂਸ ਪਾਸ ਕਰੋਗੇ। ਕਲੀਅਰ। ਤਾਂ ਇਸੇ ਦੀ ਐਗਜ਼ਾਮਪਲ ਅੱਗੇ ਦੇਖਦੇ ਹਾਂ ਅਸੀਂ ਪ੍ਰੋਪਰ ਕੋਡਿੰਗ ਕਰਕੇ ਜੋ ਤੁਹਾਨੂੰ ਸ਼ੋ ਕੀਤੀ ਹੈਗੀ। ਤਾਂ ਪਹਿਲਾਂ ਅਸੀਂ ਦੋਨੋਂ ਪੈਕੇजेस ਨੂੰ ਇੰਪੋਰਟ ਕੀਤਾ, ਫਿਰ ਅਸੀਂ ਪਬਲਿਕ ਲਿਖ ਕੇ ਇੱਕ ਕਲਾਸ ਬਣਾਈ ਹੈਲੋ ਜਾਵਾ, ਜਿਹੜੀ ਕਿ ਐਕਸਟੈਂਡ ਕਰ ਰਹੀ ਹੈ ਜਾਵਾ ਦੀ ਆਲਰੇਡੀ ਕਲਾਸ ਨੂੰ, ਐਪਲੇਟ ਨੂੰ। ਤੇ ਉਸ ਦੇ ਵਿੱਚ ਅਸੀਂ ਇੱਕ ਪੇਂਟ ਫੰਕਸ਼ਨ ਬਣਾਇਆ। ਪੇਂਟ ਫੰਕਸ਼ਨ ਦੀ ਹੈਲਪ ਨਾਲ ਅਸੀਂ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਤਾਂ ਇੱਥੇ system.out.println ਨਹੀਂ ਲਿਖਣਾ, ਕਿਉਂਕਿ ਹੁਣ ਅਸੀਂ ਗ੍ਰਾਫਿਕਸ ਕਲਾਸ ਦੇ ਫੰਕਸ਼ਨ ਯੂਜ਼ ਕਰ ਰਹੇ ਹਾਂ। ਤਾਂ ਉਦੋਂ ਕੁਛ ਪ੍ਰਿੰਟ ਕਰਾਉਣ ਦੇ ਲਈ ਅਸੀਂ ਜਿਹੜਾ ਅਸੀਂ ਆਬਜੈਕਟ ਨਹੀਂ ਬਣਾਇਆ ਸੀ ਬੇਟਾ, ਤੁਹਾਨੂੰ ਯਾਦ ਹੋਵੇ ਤਾਂ ਗ੍ਰਾਫਿਕਸ ਜੀ, ਇਹ ਆਬਜੈਕਟ ਇਸੇ ਲਈ ਬਣਾਇਆ ਸੀ ਕਿਉਂਕਿ ਹੁਣ ਅਸੀਂ ਡਰਾ ਸਟਰਿੰਗ ਜਿਹੜੇ ਆ ਫੰਕਸ਼ਨ ਉਹਨੂੰ ਯੂਜ਼ ਕਰਾਂਗੇ। ਤਾਂ ਡਰਾ ਸਟਰਿੰਗ ਇੱਕ ਆਲਰੇਡੀ ਜਾਵਾ ਦਾ ਫੰਕਸ਼ਨ ਹੈ ਜੋ ਕਿ ਤੁਹਾਡੀ ਸਟਰਿੰਗ, ਜੋ ਤੁਸੀਂ ਸਟਰਿੰਗ ਕਹੋਗੇ ਉਹਨੂੰ ਪ੍ਰਿੰਟ ਕਰਕੇ ਦਿਖਾਊਗਾ। ਤੇ ਇਹ ਹੁੰਦਾ ਵਿੰਡੋ ਦਾ ਸਾਈਜ਼। ਜਿਵੇਂ ਅਸੀਂ ਕਿਹਾ ਨਾ 10 ਮਤਲਬ ਵਰਟੀਕਲ ਦੇ ਵਿੱਚ 10, ਹੌਰੀਜ਼ੋਂਟਲ ਦੇ ਵਿੱਚ 100, ਐਡਨੀ ਵਿੰਡੋ ਬਣਾ ਕੇ ਉਸ ਵਿੰਡੋ ਦੇ ਵਿੱਚ ਤੁਹਾਨੂੰ ਹੈਲੋ ਜਾਵਾ ਪ੍ਰਿੰਟ ਕਰਕੇ ਦਿਖਾਊਗਾ। ਕਲੀਅਰ। ਤਾਂ ਇਹ ਚੀਜ਼ ਤੁਹਾਡੀ ਹੋਊਗੀ ਜਾਵਾ ਦੇ ਪ੍ਰੋਗਰਾਮ ਦਾ ਕੰਮ। ਇੱਕ ਤੁਸੀਂ ਦੇਖੋ ਕਿ ਜਿਹੜੀ ਤੁਹਾਡੀ ਹੈ ਹੈਲੋ ਜਾਵਾ, ਇਹ ਕਿਸ ਪੋਜੀਸ਼ਨ 'ਤੇ ਆਨਸਰ ਦਿਖਾ ਰਿਹਾ। ਤਾਂ ਇਹ ਚੀਜ਼ਾਂ ਤੁਸੀਂ ਨੋਟ ਕਰੋ। ਕਲੀਅਰ। ਇੱਦਾਂ ਕਰਕੇ ਜਿਹੜਾ ਤੁਹਾਡਾ ਆਊਟਪੁੱਟ ਹੈ ਉਹ ਤੁਹਾਨੂੰ ਦਿਖਾਈ ਜਾਊਗੀ। ਤਾਂ ਹੁਣ ਮੇਨ ਅਸੀਂ ਕੀ ਕੀਤਾ ਕਿ ਅਸੀਂ ਇੱਕ ਪ੍ਰੋਗਰਾਮ ਬਣਾਇਆ। ਹੁਣ ਉਹ ਉੱਪਰਲਾ ਪ੍ਰੋਗਰਾਮ ਬਣਾਉਣ ਤੋਂ ਬਾਅਦ ਰਾਜੇ ਜੇ ਆਪਾਂ ਦੇਖੀਏ ਤਾਂ ਤੁਹਾਡੀ ਕਲਾਸ ਦਾ ਨਾਮ ਹੈਲੋ ਜਾਵਾ ਸੀ। ਠੀਕ ਹੈ। ਇਸ ਕਲਾਸ ਨੂੰ ਸੇਵ ਕਰਨ ਦੇ ਲਈ ਅਸੀਂ ਜਾਵਾ ਵਾਲਾ ਜਿਹੜਾ ਫੋਲਡਰ ਹੁੰਦਾ, ਜਿਹੜੀ ਤੁਹਾਡੀ ਡਾਇਰੈਕਟਰੀ ਹੁੰਦੀ ਹੈ, ਉਸੇ ਫੋਲਡਰ ਦੇ ਵਿੱਚ ਇਸ ਫਾਈਲ ਨੂੰ ਹੈਲੋ ਜਾਵਾ .java, ਪਿੱਛੇ ਐਕਸਟੈਂਸ਼ਨ ਹੈ ਤੇ ਸਿਰਫ ਨਾਮ ਸੀ ਹੈਲੋ ਜਾਵਾ, ਉਸ ਪ੍ਰੋਗਰਾਮ ਨੂੰ .java ਐਕਸਟੈਂਸ਼ਨ 'ਤੇ ਸੇਵ ਕਰੋ। ਤਾਂ ਮੇਨ ਗੱਲ ਉਹੀ ਕਿ ਤੁਹਾਡਾ ਪਬਲਿਕ ਹੋਣੀ ਚਾਹੀਦੀ ਹੈ ਕਲਾਸ ਵੀ, ਅਤੇ ਉਹ ਫੰਕਸ਼ਨ ਵੀ, ਉਹ ਆਪਾਂ ਆਲਰੇਡੀ ਪਬਲਿਕ ਕੀਤਾ ਹੋਇਆ ਹੈਗਾ। ਤੁਸੀਂ ਇਸ ਨੂੰ ਇਸ ਨਾਮ 'ਤੇ ਸੇਵ ਕਰੋਗੇ। ਸੇਵ ਕਰਨ ਤੋਂ ਬਾਅਦ ਉਸਨੂੰ ਐਗਜ਼ੀਕਿਊਸ਼ਨ ਦੇ ਜਿਹੜੇ ਮੈਥਡਸ ਨੇ ਅਸੀਂ ਉਹ ਵੀ ਦੇਖਾਂਗੇ ਕਿ ਤੁਸੀਂ ਐਪਲੇਟਸ ਨੂੰ ਐਗਜ਼ੀਕਿਊਟ ਕਿੱਦਾਂ ਕਰ ਸਕਦੇ ਹੋ। ਬਟ ਉਸ ਦੀ ਐਗਜ਼ੀਕਿਊਸ਼ਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਹਾਂ ਕਿ ਜਿਹੜੀ ਤੁਹਾਡੀ ਐਪਲੇਟ ਕਲਾਸ ਹੈ ਉਹ ਖੁਦ ਅੱਗੇ ਪੈਨਲ ਦੀ ਸਬ ਕਲਾਸ ਹੈ, ਅਤੇ ਪੈਨਲ ਅੱਗੇ ਕੰਟੇਨਰ ਦਾ, ਕੰਟੇਨਰ ਅੱਗੇ ਕੰਪੋਨੈਂਟ ਦਾ, ਇੱਦਾਂ ਕਰਕੇ ਸਾਰੀਆਂ ਇੱਕ ਦੂਜੇ ਦੀਆਂ ਸਬ ਕਲਾਸਿਸ ਹੈਗੀਆਂ ਨੇ। ਓਕੇ। ਤਾਂ ਜਾਵਾ ਦੀ ਐਗਜ਼ੀਕਿਊਸ਼ਨ ਤੋਂ ਪਹਿਲਾਂ ਹੀ ਆ ਰਿਹਾ ਜਾਵਾ ਦਾ ਲਾਈਫ ਸਾਈਕਲ। ਉਸ ਤੋਂ ਬਾਅਦ ਅਸੀਂ ਜਾਵਾ ਦੀ ਐਗਜ਼ੀਕਿਊਸ਼ਨ ਵਾਲਾ ਪਾਰਟ ਵੀ ਕਵਰ ਕਰਾਂਗੇ। ਕਲੀਅਰ। ਤਾਂ ਪਹਿਲਾਂ ਅਸੀਂ ਜਾਵਾ ਦੇ ਲਾਈਫ ਸਾਈਕਲ ਹੀ ਕਰਦੇ ਹਾਂ। ਅਸੀਂ ਹਜੇ ਤੱਕ ਸਿਰਫ ਜਾਵਾ ਦਾ ਪ੍ਰੋਗਰਾਮ ਬਣਾਉਣੇ ਆ ਕਿੱਦਾਂਗੇ ਉਹ ਅਸੀਂ ਦੇਖ ਚੁੱਕੇ ਹਾਂ ਕਿ ਜਾਵਾ ਦਾ ਪ੍ਰੋਗਰਾਮ ਇਸ ਮੈਥਡ ਨਾਲ ਅਸੀਂ ਬਣਾਇਆ ਸੀ। ਹੁਣ ਜਾਵਾ ਦੇ ਐਪਲੇਟ ਦਾ ਲਾਈਫ ਸਾਈਕਲ ਕੀ ਹੈ ਕਿ ਕਿੱਦਾਂ ਇਹ ਐਗਜ਼ੀਕਿਊਟ ਹੋਊਗਾ। ਹੁਣ ਲਾਈਫ ਸਾਈਕਲ ਦੇ ਵਿੱਚ ਉਹਨਾਂ ਦੀਆਂ ਕਿਹੜੀਆਂ ਸਟੇਟਸ, ਬੋਰਨ ਜਦੋਂ ਤੁਹਾਡਾ ਐਪਲੇਟ ਨਵਾਂ ਬਣਿਆ, ਰੈਡੀ ਹੈ ਸਟਾਰਟ ਹੋਣ ਦੇ ਲਈ ਬਟ ਹਜੇ ਤੱਕ ਐਗਜ਼ੀਕਿਊਟ ਹੋਣਾ ਸ਼ੁਰੂ ਨਹੀਂ ਹੋਇਆ। ਫਿਰ ਜਦੋਂ ਸਟਾਰਟ ਮੈਥਡ ਆ ਜਾਂਦਾ ਤਾਂ ਉਹ ਰਨਿੰਗ ਮਤਲਬ ਉਹ ਐਗਜ਼ੀਕਿਊਟ ਹੋਣਾ ਸ਼ੁਰੂ ਹੋ ਗਿਆ। ਐਗਜ਼ੀਕਿਊਟ ਹੋਣ ਤੋਂ ਬਾਅਦ ਉਹ ਸਟਾਪ ਵੀ ਹੋ ਸਕਦਾ। ਠੀਕ ਹੈ। ਆਈਡਲ ਸਟੇਟ ਦੇ ਵਿੱਚ ਪਹੁੰਚ ਗਿਆ ਜਿੱਥੇ ਉਹ ਸਟਾਪ ਹੈ। ਸਟਾਪ ਤੋਂ ਬਾਅਦ ਉਹ ਡਿਸਟਰੋਏ ਵੀ ਹੋ ਸਕਦਾ ਜਾਂ ਵਾਪਸ ਤੋਂ ਹੋ ਸਕਦਾ। ਅਸੀਂ ਉਹਨੂੰ ਵੈਸੇ ਥੋੜ੍ਹੇ ਸਮੇਂ ਲਈ ਰੋਕਿਆ ਸੀ, ਵਾਪਸ ਅਸੀਂ ਉਸ ਨੂੰ ਫਿਰ ਕਰ ਦਈਏ ਸਟਾਰਟ। ਤਾਂ ਇਹ ਜਿਹੜੀਆਂ ਸਟੇਟਸ ਨੇ ਬੋਰਨ, ਰਨਿੰਗ, ਆਈਡਲ ਅਤੇ ਨੀਚੇ ਤੁਹਾਡੀ ਡੈਡ, ਇਹ ਸਟੇਟਸ ਤੁਹਾਡੀਆਂ ਐਪਲੇਟਸ ਦੀਆਂ ਹੁੰਦੀਆਂ ਨੇ। ਅਤੇ ਇਹ ਸਟੇਟ ਯਾਨੀ ਕਿ ਬੋਰਨ ਤੋਂ ਰਨਿੰਗ ਦੇ ਵਿੱਚ ਕਦੋਂ ਜਾਊਗਾ, ਜਦੋਂ ਅਸੀਂ ਸਟਾਰਟ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ। ਰਨਿੰਗ ਕੁਝ ਨਾ ਕੁਛ ਡਿਸਪਲੇ ਕਰ ਰਿਹਾ, ਇਹਦੇ ਵਿੱਚ ਡਿਸਪਲੇ ਫੰਕਸ਼ਨ ਜਿਵੇਂ ਪੇਂਟ ਉਹ ਲੱਗੂਗਾ ਤੁਹਾਡਾ। ਫਿਰ ਸਟਾਪ ਕਰਕੇ ਅਸੀਂ ਐਪਲੇਟ ਨੂੰ ਸਟਾਪ ਵੀ ਕਰ ਸਕਦੇ ਹਾਂ। ਕਲੀਅਰ ਹੈ। ਅਤੇ ਇਹ ਸਾਰਾ ਤੁਹਾਡਾ ਐਪਲੇਟ ਦਾ ਲਾਈਫ ਸਾਈਕਲ ਹੈ ਜੋ ਤੁਸੀਂ ਨੀਚੋਂ ਡਿਫਾਈਨ ਕਰੋਗੇ ਐਪਲੇਟ ਦੀਆਂ ਸਟੇਜਸ। ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲਾਈਜੇਸ਼ਨ ਸਟੇਟ। ਇਨੀਸ਼ੀਅਲਾਈਜੇਸ਼ਨ ਸਟੇਟ ਜਦੋਂ ਤੁਹਾਡਾ ਜਿਹੜਾ ਐਪਲੇਟ ਹੈ ਉਹ ਫਸਟ ਲੋਡ ਹੋਇਆ, ਯਾਨੀ ਕਿ ਉਹ ਬਿਲਕੁਲ ਰੈਡੀ ਹੈ। ਕਲੀਅਰ। ਅਤੇ ਇਹ ਅਸੀਂ ਕਿਵੇਂ ਕਰਦੇ ਹਾਂ, ਇਨਿਟ ਫੰਕਸ਼ਨ ਦੀ ਹੈਲਪ ਨਾਲ। ਇਨਿਟ ਫੰਕਸ਼ਨ ਦੀ ਹੈਲਪ ਨਾਲ ਤੁਹਾਡਾ ਐਪਲੇਟ ਲੋਡ ਹੋ ਜਾਂਦਾ, ਯਾਨੀ ਕਿ ਉਹ ਇਨੀਸ਼ੀਅਲਾਈਜੇਸ਼ਨ ਸਟੇਟ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸ ਸਮੇਂ 'ਤੇ ਤੁਸੀਂ ਚਾਹੋ ਇਨਿਟ ਫੰਕਸ਼ਨ ਦੀ ਹੈਲਪ ਦੇ ਨਾਲ ਤੁਸੀਂ ਜਿਵੇਂ ਕੋਈ ਆਬਜੈਕਟ ਕ੍ਰੀਏਟ ਕਰਨਾ ਚਾਹੁੰਦੇ ਹੋ, ਕੋਈ ਇਨੀਸ਼ੀਅਲ ਵੈਲਿਊਜ਼ ਦੇਣਾ ਚਾਹੁੰਦੇ ਹੋ, ਕਿਸੇ ਚੀਜ਼ ਨੂੰ ਲੋਡ ਕਰਨਾ ਚਾਹੁੰਦੇ ਹੋਗੇ ਕਿ ਜਦੋਂ ਐਪਲੇਟ ਚੱਲਣਾ ਸ਼ੁਰੂ ਹੋਵੇ ਉਦੋਂ ਪਹਿਲਾਂ ਅਸੀਂ ਨਾਲ ਲੋਡ ਨਹੀਂ ਕਰਨਾ ਚਾਹੁੰਦੇ ਹੁੰਦੇ ਚੀਜ਼ਾਂ, ਤਾਂ ਉਹ ਸਭ ਕੁਝ ਤੁਸੀਂ ਇਨਿਟ ਫੰਕਸ਼ਨ ਦੇ ਵਿੱਚ ਦੇ ਸਕਦੇ ਹੋ। ਜਿਵੇਂ ਅਸੀਂ ਕੋਈ ਕਲਰ ਦੀ ਸੈਟਿੰਗ ਦੇਣਾ ਚਾਹੁੰਦੇ ਹਾਂ ਕਿ ਸਾਡੀ ਬੈਕਗਰਾਊਂਡ ਇੱਦਾਂ ਹੋਵੇ, ਉਹ ਸਾਰੀਆਂ ਵੈਲਿਊਜ਼ ਤੁਸੀਂ ਇਨਿਟ ਫੰਕਸ਼ਨ ਦੇ ਵਿੱਚ ਦਿਓਗੇ, ਕਿਉਂਕਿ ਇੱਥੇ ਸਾਡਾ ਜਿਹੜਾ
ਐਪਲੇਟ ਹੈ ਉਹ ਬੋਰਨ ਹੋ ਰਿਹਾ, ਤਾਂ ਕਿੱਦਾਂ ਹੋਊਗਾ, ਇੱਦਾਂ ਤੁਸੀਂ ਲਿਖ ਸਕਦੇ ਹੋ void ਪਬਲਿਕ void init, ਤੇ ਇਸ ਦੇ ਵਿੱਚ ਜੋ ਵੀ ਤੁਸੀਂ ਦੇਣਾ ਚਾਹੋ ਵੈਲਿਊਜ਼। ਨੈਕਸਟ ਰਨਿੰਗ, ਤਾਂ ਅਸੀਂ ਕੀਤਾ ਸੀ ਕਿ ਰਨਿੰਗ ਸਟੇਟ ਕਦੋਂ, ਜਦੋਂ ਅਸੀਂ ਸਟਾਰਟ ਫੰਕਸ਼ਨ ਨੂੰ ਕਾਲ ਕੀਤਾ ਤਾਂ ਅਸੀਂ ਇਨਿਟ ਤੋਂ ਬਾਅਦ ਕਿੱਥੇ ਪਹੁੰਚ ਜਾਂਦੇ ਆ, ਰਨਿੰਗ ਸਟੇਟ ਦੇ ਵਿੱਚ। ਮਤਲਬ ਤੁਹਾਡਾ ਜਿਹੜਾ ਐਪਲੇਟ ਹੈ ਉਹ ਰਨ ਹੋਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਤੁਸੀਂ ਉਸ ਨੂੰ ਸਟਾਪ ਵੀ ਕਰ ਸਕਦੇ ਹੋਗੇ, ਮਤਲਬ ਸਟਾਪ ਸਟੇਟ ਦੇ ਵਿੱਚ ਵੀ ਭੇਜ ਸਕਦੇ ਹੋਗੇ, ਮਤਲਬ ਉਹ ਚਾਹੋ ਤਾਂ ਉਹਨੂੰ ਟੈਂਪਰੇਰੀ ਰੋਕ ਸਕਦੇ ਹੋ ਜਾਂ ਉਸ ਨੂੰ ਪਰਮਾਨੈਂਟ ਹੀ ਤੁਸੀਂ ਬੰਦ ਕਰ ਸਕਦੇ ਹੋਗੇ ਇੱਦਾਂ। ਤਾਂ ਜਿਹੜਾ ਸਟਾਰਟ ਫੰਕਸ਼ਨ ਹੈ ਇਹ ਇੱਕ ਤੋਂ ਵੱਧ ਵਾਰ ਕਾਲ ਹੋ ਸਕਦਾ। ਕਿਵੇਂ, ਰਨਿੰਗ ਸੀ, ਰਨਿੰਗ ਤੋਂ ਬਾਅਦ ਸਟਾਪ 'ਤੇ ਗਿਆ, ਸਟਾਪ ਤੋਂ ਬਾਅਦ ਵਾਪਸ ਵੀ ਤਾਂ ਸਟਾਰਟ 'ਤੇ ਆ ਸਕਦਾ ਨਾ, ਫਿਰ ਸਟਾਪ ਹੋ ਗਿਆ ਸਪੋਜ਼, ਫਿਰ ਵਾਪਸ ਸਟਾਰਟ 'ਤੇ ਆ ਗਿਆ, ਯਾਨੀ ਕਿ ਸਟਾਰਟ ਸਟੇਟ ਕਾਫੀ ਵਾਰ ਕਾਲ ਹੋ ਸਕਦੀ ਹੈ। ਬਟ ਜੇ ਗੱਲ ਕਰੀਏ ਇਨਿਟ ਦੀ, ਤਾਂ ਇਨਿਟ ਫੰਕਸ਼ਨ ਇੱਕ ਐਪਲੇਟ ਦਾ ਇੱਕ ਹੀ ਹੁੰਦਾ ਗਾ, ਇੱਕ ਤੋਂ ਵੱਧ ਵਾਰ ਅਸੀਂ ਉਸਨੂੰ ਇਨਿਟ ਸਟੇਟ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਇਹ ਜਸਟ ਇਨੀਸ਼ੀਅਲ ਸਟੇਟ ਹੁੰਦੀ ਹੈ ਜਦੋਂ ਤੁਹਾਡਾ ਜਿਹੜਾ ਐਪਲੇਟ ਆ ਉਹ ਬੋਰਨ ਹੋਇਆਗਾ। ਤਾਂ ਨੈਕਸਟ ਲਿਖੋਗੇ ਤੁਸੀਂ ਕਿੱਦਾਂ, ਪਬਲਿਕ ਵਾਈਡ ਸਟਾਰਟ, ਜੋ ਤੁਹਾਡੇ ਫੰਕਸ਼ਨ ਦਾ ਨਾਮ ਹੈ, ਇਸ ਦੇ ਵਿੱਚ ਜੋ ਵੀ ਤੁਸੀਂ ਵੈਲਿਊਜ਼ ਦੇਣਾ ਚਾਹੋ। ਦੈਨ ਨੈਕਸਟ ਆਉਂਦਾ ਤੁਹਾਡਾ ਸਟਾਪ ਸਟੇਟ। ਸਟਾਪ ਸਟੇਟ ਕੀ ਹੈ ਕਿ ਉਹ ਰਨਿੰਗ ਦੇ ਵਿੱਚ ਸੀ ਤੇ ਅਸੀਂ ਰਨਿੰਗ ਤੋਂ ਬਾਅਦ ਉਸ ਨੂੰ ਰੋਕਤਾ, ਅਸੀਂ ਉਸ ਨੂੰ ਟੈਂਪਰੇਰੀ ਰੋਕਿਆ ਜਾਂ ਪਰਮਾਨੈਂਟ ਰੋਕਿਆ, ਕਿਸੇ ਵੀ ਕਾਰਨ ਕਰਕੇ ਜਦੋਂ ਅਸੀਂ ਐਪਲੇਟ ਦੀ ਵਰਕਿੰਗ ਨੂੰ ਸਟਾਪ ਕੀਤਾ ਤਾਂ ਉਹ ਕਿਹਦੇ ਵਿੱਚ ਚਲਾ ਜਾਊਗਾ, ਤੁਹਾਡੇ ਸਟਾਪ ਸਟੇਟ ਦੇ ਵਿੱਚ। ਤਾਂ ਉਸ ਦੇ ਲਈ ਅਸੀਂ ਫੰਕਸ਼ਨ ਪਬਲਿਕ ਵਾਈਡ ਸਟਾਪ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਨੈਕਸਟ ਤੁਹਾਡਾ ਆਉਂਦਾ ਹੈਗਾ ਡੈਡ ਸਟੇਟ। ਡੈਡ ਸਟੇਟ ਜਦੋਂ ਅਸੀਂ ਬਿਲਕੁਲ ਪਰਮਾਨੈਂਟ ਹੀ ਜਿਹੜਾ ਐਪਲੇਟ ਆ ਉਹ ਬੰਦ ਕਰਤਾ, ਤਾਂ ਓਬਵੀਅਸ ਉਹ ਕੀ ਹੋ ਗਿਆ, ਡੈਡ ਸਟੇਟ ਦੇ ਵਿੱਚ ਪਹੁੰਚ ਗਿਆ। ਹੁਣ ਦੇਖੋ ਇਨਿਟ ਦੀ ਅਸੀਂ ਗੱਲ ਕੀਤੀ ਸੀ ਕਿ ਇਨਿਟ ਜਿਹੜੀ ਸਟੇਟ ਹੈ ਉਹ ਸਿਰਫ ਇੱਕ ਵਾਰ ਹੀ ਆਉਂਦੀ ਹੈ। ਇਨਿਟ ਤੋਂ ਬਾਅਦ ਰਨਿੰਗ ਆ ਜਾਂਦੀ ਹੈ, ਰਨਿੰਗ ਤੋਂ ਬਾਅਦ ਸਟਾਪ, ਇਹ ਦੋਨੇ ਇੱਕ ਤੋਂ ਵੱਧ ਵਾਰ ਆ ਸਕਦੀਆਂ, ਠੀਕ ਹੈ। ਬਟ ਜੇ ਅਸੀਂ ਡਿਸਟਰੋਏ ਕਰਤਾ, ਡਿਸਟਰੋਏ ਹੁੰਦਾ ਉਹਨੂੰ ਐਂਡ ਹੀ ਕਰਤਾ, ਇਹ ਵੀ ਸਿਰਫ ਇੱਕ ਵਾਰ ਹੀ ਆਊਗੀ ਇਨਿਟ ਦੀ ਤਰ੍ਹਾਂ। ਤਾਂ ਨੈਕਸਟ ਸਾਡਾ ਡੈਡ ਸਟੇਟ ਹੈ। ਡੈਡ ਸਟੇਟ ਜਦੋਂ ਜਿਹੜਾ ਐਪਲੇਟ ਨੂੰ ਮੈਮਰੀ 'ਚੋਂ ਰਿਮੂਵ ਕਰ ਦਿੱਤਾ ਜਾਂਦਾ ਗਾ, ਉਹ ਕਰਨ ਦੇ ਲਈ ਅਸੀਂ ਡਿਸਟਰੋਏ ਮੈਥਡ ਨੂੰ ਕਾਲ ਕਰ ਸਕਦੇ ਹਾਂ। ਤੁਸੀਂ ਲਿਖ ਸਕਦੇ ਹੋ ਪਬਲਿਕ ਵਾਈਡ ਡਿਸਟਰੋਏ। ਤਾਂ ਜੋ ਵੀ ਰਿਸੋਰਸਿਸ ਇਨੀਸ਼ੀਅਲਾਈਜੇਸ਼ਨ ਦੇ ਸਮੇਂ 'ਤੇ ਮਿਲੇ ਸੀ ਉਹ ਸਾਰੇ ਰਿਸੋਰਸਿਸ ਨੂੰ ਵਾਪਸ ਲੈ ਲਿਆ ਜਾਊਗਾ ਜਦੋਂ ਅਸੀਂ ਡਿਸਟਰੋਏ ਫੰਕਸ਼ਨ ਨੂੰ ਕਾਲ ਕਰਾਂਗੇ। ਨੈਕਸਟ ਤੁਹਾਡੀ ਡਿਸਪਲੇ ਸਟੇਟ ਹੈ। ਡਿਸਪਲੇ ਸਟੇਟ ਜਦੋਂ ਤੁਹਾਡਾ ਐਪਲੇਟ ਕੁਛ ਨੂੰ ਪ੍ਰਿੰਟ ਕਰਕੇ ਦਿਖਾ ਰਿਹਾ ਉਹ ਡਿਸਪਲੇ ਸਟੇਟ ਹੈ। ਅਤੇ ਉਹ ਡਿਸਪਲੇ ਸਟੇਟ ਨੂੰ ਕਰਨ ਲਈ ਤੁਸੀਂ ਯੂਜ਼ ਕਰੋਗੇ ਪੇਂਟ ਮੈਥਡ ਨੂੰ। ਅਸੀਂ ਆਲਰੇਡੀ ਪਿੱਛੇ ਯੂਜ਼ ਕਰਕੇ ਦੇਖਿਆ ਹੈਗਾ। ਤਾਂ ਅਸੀਂ ਪਬਲਿਕ ਵਾਈਡ ਪੇਂਟ ਗ੍ਰਾਫਿਕਸ ਜੀ ਉਸ ਦੇ ਵਿੱਚ ਅਸੀਂ ਮਤਲਬ ਤੁਹਾਡਾ ਆਬਜੈਕਟ ਦੇਣਾ ਹੁੰਦਾ ਗ੍ਰਾਫਿਕਸ ਕਲਾਸ ਦਾ। ਉਸ ਤੋਂ ਬਾਅਦ ਨੀਚੇ ਅਸੀਂ ਡਰੋ ਸਟਰਿੰਗ ਜਾਂ ਇੱਦਾਂ ਦੇ ਹੋਰ ਬਹੁਤ ਸਾਰੇ ਮੈਥਡਸ ਨੇ ਜਿਨ੍ਹਾਂ ਨੂੰ ਯੂਜ਼ ਕਰ ਸਕਦੇ ਹਾਂ। ਤਾਂ ਇਹ ਸੀ ਤੁਹਾਡੇ ਜਾਵਾ ਦਾ ਐਪਲੇਟ ਦਾ ਲਾਈਫ ਸਾਈਕਲ। ਤਾਂ ਹੁਣ ਤੱਕ ਅਸੀਂ ਕਵਰ ਕੀਤਾ ਐਪਲੇਟ ਕੀ ਹੈ, ਐਪਲੇਟ ਦੀਆਂ ਸਟੇਜਿਸ ਕਿਹੜੀਆਂ ਕਿਹੜੀਆਂ ਨੇ, ਐਪਲੇਟ ਦੋ ਤਰ੍ਹਾਂ ਦੇ ਹੁੰਦੇ ਨੇ, ਲੋਕਲ ਅਤੇ ਰਿਮੋਟ। ਇਸ ਤੋਂ ਬਿਨਾਂ ਐਪਲੇਟ ਕਿਵੇਂ ਬਣਦੇ ਨੇ, ਸਿਰਫ ਹਜੇ ਤੱਕ ਅਸੀਂ ਕੀਤਾ ਐਪਲੇਟ ਕਿੱਦਾਂ ਬਣਦੇ ਨੇ। ਨੈਕਸਟ ਵੀਡੀਓ ਵਿੱਚ ਅਸੀਂ ਕਰਾਂਗੇ ਐਪਲੇਟਸ ਬਣਾਉਣ ਦਾ ਅਤੇ ਉਹਨੂੰ ਰਨ ਕਰਕੇ ਦੇਖਣ ਦਾ ਮੈਥਡ।